ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾ ਐਸੇ ਬੁਝਿਆ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ। ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਬਰਤੰਤਾ। ਘਰ ਸੁਖ ਬਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਘਰ ਸੁਖ ਬਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤ ਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ ਤਾਹੇ ਗੁਰ ਸ਼ਬਦ ਨਿਧਾਨ ਦਾਨ ਦੇਤ ਹੈ। ਸਤ ਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਸਤ ਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਭਰਮ ਪੈ ਭੂਲੇ ਸੁਤ ਤਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਅਰਸੋ ਕੁਰਸੋ ਝਟੀਐ। ਤੁਧਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ
महला तीजा। होमै विच जगत मूआ, मरदो मरदा जाए। जिचर विच दम है तिचर ना चेते, के करेग अग्गै जाए। होमै बिच जगत मूआ, मरदो मरदा जाए। जिचर विच दम है तिचर ना चेते, के करेग अग्गै जाए। ज्ञानी होए सो चेतन होए, अज्ञानी अंध कमाए। नानक इत्थै कमावै सो मिलै, अग्गै पाए जाए। महला तीजा। तुर खसमै का हुक्म पया, विण सतगुर चेतिया ना जाए। सतगुर मिलिया अंतर रब रहया, सदा रहया लिव लाए। दम दम सदा संभालदा, दम न बिरथा जाए। जन्म मरण का भोगया, जीवन पदवी पाए। नानक एहो मर्तबा तिसनो दे, जिसनो कृपा करे रजाए। पौड़ी। आपे दाना बीनिया, आपे परधाना। आपे रूप दिखालदा, आपे लाए ध्याना। आपे मौनी वरतदा, आपे कथै ज्ञाना। कौड़ा किसै न लगई, सबना ही भाना। उस्तत बरन न सकीऐ, सद सद कुर्बाना। कौड़ा किसै न लगई, सबना ही भाना। उस्तत बरन न सकीऐ, सद सद कुर्बाना। वाहिगुरु जी का खालसा, वाहिगुरु जी की फतेह। परम सन्मान योग जुगो जुग अटल, चवर छतर तख दे मालक, बाणी के बोहित जाहरा जहूर, हाजरा हजूर, सर्ब कला समरथ,
ਗੱਦੀ ਤੇ ਬਿਰਾਜਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦਾ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ਼ਬਦ ਕੀਰਤਨ, ਸ਼੍ਰੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਆਪ ਜੀ ਨੇ ਸ਼ਰਵਣ ਕੀਤੀਆਂ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਜੋ ਸਾਨੂੰ ਪਾਵਨ ਹੁਕਮਨਾਮਾ ਸਾਹਿਬ, ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਹੋਮੈ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ, ਕਿ ਕਰੇਗ ਅੱਗੇ ਜਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਿਹਾਗੜੇ ਦੀ ਵਾਰ ਦੇ ਵਿੱਚ 19ਵੇਂ ਸ਼ਲੋਕ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅੰਕ 555 ਤੋਂ ਪ੍ਰਾਰੰਭ ਹੁੰਦਾ ਹੈ ਅਤੇ 556 'ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਜੀ ਇੱਕ ਸ਼ਲੋਕ, ਇੱਕ ਮਹੱਲਾ ਅਤੇ ਪੌੜੀ ਦੇ ਸਹਿਤ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਆਰੰਭਤਾ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਸ਼ਬਦ ਵਰਤਿਆ ਕਿ ਹੋਮੈ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਹੋਮੈ, ਹੋਮੈ ਕੀ ਹੈ? ਮੈਂ ਹਾਂ। ਹੰਗਤਾ ਮਮਤਾ, ਆਪਣੀ ਧਨ ਸੰਪਦਾ ਦਾ ਮਾਣ ਕਰਨਾ, ਜੋਬਨ ਦਾ ਜਮਾਨ ਕਰਨਾ, ਹਰ ਸਮੇਂ ਮੈਂ ਦੇ ਵਿੱਚ ਵਿਚਰਦੇ ਰਹਿਣਾ, ਉਹਨੂੰ ਕਹਿੰਦੇ ਨੇ ਹੋਮੈ। ਜਿਹਨੂੰ ਆਪਾਂ ਕਹਿੰਦੇ ਹਾਂ ਮਾਣ, ਜੀਵ ਦੇ ਅੰਦਰ ਮਾਣ ਪੈਦਾ ਹੋ ਗਿਆ।
ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਕਿ ਇਸੇ ਹੀ ਹੋਮੈ ਦੇ ਕਰਕੇ ਜੀਵ ਤੇ ਈਸ਼ ਦਾ ਆਪਸ 'ਚ ਵਿਛੋੜਾ ਪੈ ਰਿਹਾ, ਬਿੱਥ ਪੈ ਰਹੀ ਹੈ। ਜਿਹੜੀ ਬਿੱਥ ਹੈ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਤੇ ਸਤਿਗੁਰੂ ਕਹਿੰਦੇ ਜਦੋਂ ਮੈਂ ਦੇਖਿਆ ਜਗਤ ਵੱਲ ਨਿਗਾਹ ਮਾਰ ਕੇ ਦੇਖਣਾ ਕੀਤੀ ਕਿ ਇੱਕ ਨਹੀਂ ਦੋ ਨਹੀਂ, ਸਾਰਾ ਸੰਸਾਰ ਹੀ ਹੋਮੈ ਦੇ ਵਿੱਚ ਖਚਤ ਹੈ। ਸਾਰਾ ਸੰਸਾਰ ਹੋਮੈ ਵਿੱਚ ਖਚਤ ਹੋ ਕੇ ਇਸ ਕਰਕੇ ਬਾਰ-ਬਾਰ ਮਰ ਰਿਹਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੀਵ ਦਾ ਜਿਹੜਾ ਚੱਕਰ ਹੈ ਇਹ ਕੱਟਿਆ ਨਹੀਂ ਜਾ ਰਿਹਾ। ਦੇਖੋ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਸਾਨੂੰ ਬਚਨ ਕਰਕੇ ਸਮਝਾਇਆ ਹੈ। ਜਿਵੇਂ ਭਗਤ ਰਵਿਦਾਸ ਸਾਹਿਬਾਨ ਜੀ ਦੇ ਬਚਨ ਨੇ। ਭਗਤ ਜੀ ਹੋਮੈ ਦੀ ਗੱਲ ਕਰਦੇ ਨੇ, ਕਹਿੰਦੇ ਪਰਮੇਸ਼ਰ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਕਹਿੰਦੇ ਨੇ ਹੇ ਪਰਮਾਤਮਾ, ਜਦੋਂ ਤੱਕ ਸਾਡੇ ਅੰਦਰ ਹਮ ਹੋਤੇ ਭਾਵ ਹੰਗਤਾ ਮਮਤਾ ਹੈ, ਮੈਂ ਪੁਣਾ ਹੈ, ਉਦੋਂ ਤੂੰ ਨਹੀਂ ਹੈ। ਜਦੋਂ ਇਹ ਮੈਂ ਪੁਣਾ ਮੁੱਕ ਗਿਆ, ਅਹੰ ਮੁੱਕ ਗਿਆ, ਹੰਕਾਰ ਮੁੱਕ ਗਿਆ, ਉਦੋਂ ਪਰਮਾਤਮਾ ਅਬ ਤੂੰ ਹੀ ਮੈਂ ਨਾਹੀਂ, ਮੇਰੇ ਵਿੱਚੋਂ ਮੈਂ ਮੁੱਕ ਗਈ, ਹੁਣ ਤੂੰ ਹੀ ਹੈ। ਭਾਵ ਕਹਿਣ ਦਾ ਜਦੋਂ ਜੀਵ ਦੇ ਅੰਦਰੋਂ ਮੈਂ ਮੁੱਕ ਜਾਂਦੀ ਹੈ, ਹੋਮੈ ਖਤਮ ਹੋ ਜਾਂਦੀ ਹੈ, ਅਤੇ ਉਦੋਂ ਫਿਰ ਇਸ ਜੀਵ ਦਾ ਉਸ ਈਸ਼ ਨਾਲ ਮਿਲਾਪ ਹੋ ਜਾਂਦਾ ਹੈ। ਪਰ ਗੁਰੂ ਸਾਹਿਬਾਨ ਜੀ ਕਹਿੰਦੇ ਨੇ ਸਾਰਾ ਜਗਤ ਹੀ ਹੋਮੈ ਦੇ ਵਿੱਚ ਹੈ, ਖਚਤ ਹੋਇਆ ਫਿਰਦਾ ਹੈ, ਜਿਸ ਕਰਕੇ ਬਾਰ-ਬਾਰ ਜੀਵ ਮਰਦੇ ਨੇ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇੰਝ ਕਹਿੰਦੇ ਇਹ ਭਟਕਣਾ ਦੇ ਵਿੱਚ ਹੀ ਲੱਗੇ ਹੋਏ ਨੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰ ਜਿਸ ਆਪਣ ਤਾਂ ਗੁਰ ਕਾ ਸ਼ਬਦ ਕਮਾਹੇ। ਕਹਿੰਦੇ ਨੇ ਇਸ ਹੋਮੈ ਦੀ ਦਾਰੂ ਦਵਾ ਵੀ ਹੈ ਤਾਂ ਵੱਡਾ ਦੀਰਘ ਰੋਗ ਹੈ ਪਾਤਸ਼ਾਹ ਕਹਿੰਦੇ, ਪਰ ਇਹਦੀ ਦਵਾ ਹੈ। ਦਵਾ ਕੀ ਹੈ? ਜਿਹਦੇ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਜਿਹਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ, ਗੁਰੂ ਦਾ ਸ਼ਬਦ ਵਸ ਗਿਆ, ਅਤੇ ਗੁਰੂ ਸਵਾਰੇ ਸੱਚ ਜਾਣਿਓ, ਨਾਮ ਬਾਣੀ ਦਾ ਅਭਿਆਸ ਕਰਨ ਦੇ ਨਾਲ ਉਸ ਜੀਵ ਦੇ ਅੰਦਰੋਂ ਫਿਰ ਹੋਮੈ ਖਤਮ ਹੋ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਹੋਮੈ ਵੀ ਜਗਤ ਮੂਆ, ਸਾਰਾ ਜਗਤ ਹੀ ਮੂਆ ਮਰ ਰਿਹਾ, ਮਰਦੋ ਮਰਦਾ ਜਾਏ। ਕਹਿੰਦੇ ਜਨਮ ਲੈ ਕੇ ਆਉਂਦੇ ਨੇ, ਮਰ ਕੇ ਚਲੇ ਜਾਂਦੇ ਨੇ। ਇਸ ਤਰ੍ਹਾਂ ਸਾਰੇ ਹੀ ਹੰਗਤਾ ਮਮਤਾ ਖਚਤ ਹੋ ਕੇ ਸੰਸਾਰ ਤੋਂ ਮਰ ਕੇ ਜਾ ਰਹੇ ਹਨ। ਅਤੇ ਅਗਲੀ ਪੰਕਤੀ 'ਚ ਪਾਤਸ਼ਾਹ ਬਚਨ ਕਰਦੇ ਹਨ, ਕਹਿੰਦੇ ਨੇ ਜਿਚਰ ਵਿੱਚ ਦਮ ਹੈ, ਤਿਚਰ ਨਾ ਚੇਤਈ, ਕਿ ਕਰੇਗ ਅੱਗੇ ਜਾਏ। ਜਿਚਰ ਵਿੱਚ ਦਮ ਹੈ। ਹੁਣ ਦਮ ਕਿਹਦੇ ਵਿੱਚ ਹੈ? ਮਨੁੱਖ ਦੇ ਜਿੰਨੇ ਵੀ ਦਮ ਸਾਹ ਪਾਏ ਨੇ ਪਰਮੇਸ਼ਰ ਨੇ ਗਿਣ ਕੇ ਪਾਏ ਹੋਏ ਨੇ। ਵੱਡੇ ਤੋਂ ਵੱਡੇ ਬਲਵਾਨ ਸੰਸਾਰ ਦੇ ਵਿੱਚ ਹੋਏ ਨੇ, ਜਿਨ੍ਹਾਂ 'ਚ ਇੰਨੀ ਤਾਕਤ ਸੀ ਕਿ ਉਹਨਾਂ ਜੀਵਾਂ ਨੇ ਵੱਡੇ ਵੱਡੇ ਕਾਰਨਾਮੇ ਸੰਸਾਰ 'ਚ ਆ ਕੇ ਕੀਤੇ। ਪਰ ਉਹਨਾਂ ਦੇ ਜਿਹੜੇ ਸਾਹ ਸੀ ਉਹ ਗਿਣਤੀ ਦੇ ਪਾਏ ਹੋਏ ਸਨ। ਜਦੋਂ ਸਵਾਸ ਪੂਰੇ ਹੋ ਗਏ ਤਾਂ ਉਹਨਾਂ ਜੀਵਾਂ ਨੂੰ ਸੰਸਾਰ ਵਿੱਚ ਜਾਣਾ ਪਿਆ। ਕਹਿੰਦੇ ਨੇ ਜਿਚਰ ਵਿੱਚ ਦਮ ਹੈ, ਜਿਹਦੇ ਵਿੱਚ ਦਮ ਹੈ, ਤਿਚਰ ਨਾ ਚੇਤੇ, ਉਸ ਨੂੰ ਚੇਤੇ ਨਹੀਂ ਕਰਦੇ। ਦਮ ਕਿਹਦੇ 'ਚ? ਪਰਮਾਤਮਾ ਦੇ ਵਿੱਚ, ਗੁਰੂ ਸਾਹਿਬਾਨ ਦੇ ਵਿੱਚ, ਪ੍ਰਭੂ ਦੇ ਵਿੱਚ ਦਮ ਹੈ। ਕਹਿੰਦੇ ਉਸ ਮਾਲਕ ਨੂੰ ਚੇਤੇ ਨਹੀਂ ਕਰਦੇ। ਅਤੇ ਸਤਿਗੁਰੂ ਕਹਿੰਦੇ ਨੇ ਫਿਰ ਇਸ ਤਰ੍ਹਾਂ ਕਿ ਕਰੇਗ ਅੱਗੇ ਜਾਏ। ਕਹਿੰਦੇ ਇਸ ਸੰਸਾਰ ਦੇ ਵਿੱਚ ਤਾਂ ਜੀਵ ਤੂੰ ਅਨੇਕਾਂ ਪ੍ਰਕਾਰ ਦੀਆਂ ਮੌਜ ਮਸਤੀਆਂ ਮਾਣਨਾ ਕੀਤੀਆਂ, ਪਰਮਾਤਮਾ ਨੂੰ ਵਿਸਾਰ ਕੇ, ਵਾਹਿਗੁਰੂ ਨੂੰ ਵਿਸਾਰ ਕੇ ਆਪਣੀਆਂ ਮਨ ਦੀਆਂ ਮਰਜ਼ੀਆਂ ਕੀਤੀਆਂ, ਅਤੇ ਨਾ ਹੀ ਤਾਂ ਕੋਈ ਧਰਮ ਦੇ ਨਿਮਿੱਤ ਕਰਮ ਕੀਤਾ, ਕੋਈ ਚੰਗਾ ਕਰਮ ਨਹੀਂ ਕੀਤਾ, ਪੁੰਨ ਦਾਨ ਨਹੀਂ ਕੀਤਾ,
ਨਾ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਨਾ ਸਤਿਗੁਰ ਦੀ ਬਾਣੀ ਪੜ੍ਹੀ, ਨਾ ਵਿਚਾਰੀ, ਨਾ ਸਤ ਸੰਗਤ ਵਿੱਚ ਆ ਕੇ ਬੈਠਿਆ। ਇਸੇ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾ ਦਿੱਤਾ। ਕਹਿੰਦੇ ਜਦੋਂ ਅੱਗੇ ਜਾਵੇਗਾ ਇਸ ਲੋਕ ਦਾ ਤੂੰ ਪੈਂਡਾ ਮੁਕਾ ਕੇ, ਸਫ਼ਰ ਮੁਕਾ ਕੇ ਅੱਗੇ ਮਾਲਕ ਦੀ ਦਰਗਾਹ ਵਿੱਚ ਪਹੁੰਚੇਗਾ। ਕਹਿੰਦੇ ਉੱਥੇ ਜਾ ਕੇ ਦੱਸ ਤੂੰ ਕੀ ਕਰੇਗਾ, ਕਿ ਕਰੇਗ ਅੱਗੇ ਜਾਏ। ਦੱਸ ਭਾਈ ਉੱਥੇ ਜਾ ਕੇ ਕੀ ਕਰੇਗਾ? ਕੁਝ ਨਹੀਂ ਕਰ ਸਕੇਗਾ, ਕਿਉਂਕਿ ਉੱਥੇ ਤਾਂ ਸੱਚ ਦਾ ਨਿਬੇੜਾ ਹੋਣਾ ਹੈ। ਜਿਹੋ ਜਿਹੇ ਤੈਂ ਕਰਮ ਕੀਤੇ ਨੇ ਉਹਦੇ ਮੁਤਾਬਕ ਤੈਨੂੰ ਅੱਗੋਂ ਉੱਥੋਂ ਫਲ ਮਿਲਣਾ ਹੈ। ਇਸ ਕਰਕੇ ਭਾਈ ਤੂੰ ਇਸ ਮਨੁੱਖਾ ਜਨਮ ਤੈਨੂੰ ਮਿਲਿਆ ਹੈ, ਇਸ ਮਨੁੱਖਾ ਦੇਹੀ ਦੇ ਵਿੱਚ ਤੂੰ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਨਾ ਕਰ, ਬੰਦਗੀ ਕਰ। ਇਹ ਬਾਰ-ਬਾਰ ਮਿਲਣ ਵਾਲਾ ਨਹੀਂ ਹੈ। ਅੱਜ ਮਿਲਿਆ ਤੇ ਕੱਲ੍ਹ ਨੂੰ ਇਹ ਸਮਾਪਤ ਹੋ ਜਾਣਾ ਹੈ। ਇੱਕ ਦਿਨ ਇਸ ਮਨੁੱਖਾ ਜਨਮ ਨੇ, ਸਰੀਰ ਨੇ ਖਤਮ ਹੋਣਾ ਹੈ। ਜਿੰਨਾ ਚਿਰ ਤੈਨੂੰ ਦਮ ਨੇ, ਤੇਰੇ ਸਾਹ ਚੱਲ ਰਹੇ ਨੇ, ਉਨਾ ਚਿਰ ਤੂੰ ਉਸ ਮਾਲਕ ਦਾ ਸਿਮਰਨ ਕਰਨਾ ਕਰ, ਉਸ ਮਾਲਕ ਨੂੰ ਚੇਤੇ ਰੱਖ। ਪਰ ਮਨੁੱਖ ਕਹਿੰਦਾ ਕਿ ਮੇਰੇ ਕੋਲ ਨਾਮ ਜਪਣ ਦਾ ਸਮਾਂ ਹੀ ਨਹੀਂ, ਮੈਂ ਸਾਰੀ ਜ਼ਿੰਦਗੀ ਮੈਂ ਕੰਮ ਧੰਦੇ ਕਰਨੇ ਨੇ, ਆਹ ਕਰਨਾ, ਮੈਂ ਆਹ ਕਰਨਾ। ਅਤੇ ਸੱਚ ਜਾਣਿਓ, ਜ਼ਿੰਦਗੀ ਮੁੱਕ ਜਾਂਦੀ ਹੈ, ਮਨੁੱਖ ਦੇ ਕੰਮ ਨਹੀਂ ਮੁੱਕਦੇ। ਕੰਮ ਉੱਥੇ ਖਲੋਤੇ ਹੁੰਦੇ ਨੇ। ਇੱਕ ਕੰਮ ਕੀਤਾ, ਦੂਜਾ ਖੜਾ ਹੋ ਗਿਆ, ਤੀਜਾ, ਚੌਥਾ। ਇਸ ਤਰ੍ਹਾਂ ਜ਼ਿੰਦਗੀ ਦਾ ਸਫ਼ਰ ਮੁੱਕ ਜਾਂਦਾ, ਸਾਹ ਮੁੱਕ ਜਾਂਦੇ ਨੇ, ਪਰ ਕੰਮ ਉਸੇ ਤਰ੍ਹਾਂ ਰਹਿੰਦੇ ਨੇ। ਅਤੇ ਇਸ ਕਰਕੇ ਜਿੰਨਾ ਸਮਾਂ ਹੈ ਉਨਾ ਸਮਾਂ ਤੂੰ ਉਸ ਮਾਲਕ ਦਾ ਸਿਮਰਨ ਕਰ। ਸਿਮਰਨ ਕਰਨਗੇ ਅਤੇ ਇਹ ਜਿੰਨਾ ਸਮਾਂ ਨਾਮ ਜਪੇਗਾ ਉਹ ਤੇਰੇ ਨਾਲ ਨਿਭਣ ਵਾਲਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪੁੱਛੋ, ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਹਨ। ਕਹਿੰਦੇ ਨੇ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਸਤਿਗੁਰੂ ਕਹਿੰਦੇ ਨੇ ਕਿ ਜਿਹੜਾ ਉਸ ਮਾਲਕ ਦਾ ਸਿਮਰਨ ਕਰਨਾ, ਰਮੰਤੀ ਰਾਮ ਨੂੰ ਚੇਤੇ ਕਰਨਾ, ਇਹ ਜੀਵ ਤੇਰਾ ਅਸਲ ਵਿੱਚ ਇਹੀ ਕੰਮ ਹੈ। ਸਾਰੀ ਉਮਰ ਹਾਏ ਮਾਇਆ ਕਰਦਾ, ਇਹਦੇ ਵਿੱਚ ਹੀ ਗਲਤਾਨ ਰਹਿੰਦਾ ਏ। ਪਰ ਤੈਨੂੰ ਪਤਾ ਹੈ ਕਿ ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਜਗਤ ਦੇ ਸੁੱਖ ਮਾਨ ਰਿਹਾ ਹੈ, ਕਹਿੰਦੇ ਇਹ ਮਿਥਿਆ ਹੈ, ਸੰਸਾਰ ਫਾਨੀ ਹੈ, ਅਤੇ ਇਸ ਕਰਕੇ ਇਹ ਸਭ ਕੁਝ ਝੂਠਾ ਹੈ। ਸੱਚਾ ਪਰਮਾਤਮਾ ਦਾ ਨਾਮ ਹੈ। ਤੂੰ ਉਸ ਮਾਲਕ ਦਾ ਨਾਮ ਚੇਤੇ ਕਰ, ਉਸ ਵਾਹਿਗੁਰੂ ਦੀ ਇਬਾਦਤ ਕਰਨਾ ਕਰ ਕਿ ਕਰੇਗ ਅੱਗੇ ਜਾਏ। ਕਹਿੰਦੇ ਜੇਕਰ ਇਸ ਮਨੁੱਖਾ ਜਨਮ ਦੇ ਵਿੱਚ ਨਾਮ ਨਹੀਂ ਜਪਿਆ, ਉਸ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਅੱਗੇ ਮਾਲਕ ਦੀ ਦਰਗਾਹ ਵਿਖ ਜਾ ਕੇ ਕੀ ਕਰੇਗਾ? ਉੱਥੇ ਤੇਰੇ ਕੀਤੇ ਹੋਏ ਕਰਮਾਂ ਦਾ ਤੇਰੇ ਪਾਸੋਂ ਹਿਸਾਬ ਕਿਤਾਬ ਹੋਵੇਗਾ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ ਕਿ ਗਿਆਨੀ ਹੋਏ ਸੋ ਚੇਤਨ ਹੋਏ। ਜਿਹੜੇ ਗਿਆਨੀ ਕੌਣ ਹੈ? ਗਿਆਨਵਾਨ ਪੁਰਸ਼, ਜਿਨ੍ਹਾਂ ਨੇ ਗੁਰੂ ਪਾਸੋਂ ਗਿਆਨ ਪ੍ਰਾਪਤ ਕੀਤਾ ਹੈ। ਗੁਰੂ ਦੀ ਬਾਣੀ ਨੂੰ ਪੜ੍ਹ ਕੇ, ਗੁਰੂ ਦੇ ਦੱਸੇ ਉਪਦੇਸ਼ ਨੂੰ ਕਮਾ ਕੇ ਉਹ ਗਿਆਨਵਾਨ ਹੋ ਜਾਂਦੇ, ਫਿਰ ਉਹ ਚੇਤਨ ਹੋ ਜਾਂਦੇ ਨੇ, ਸਾਵਧਾਨ ਹੋ ਜਾਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਅੱਜ ਨਹੀਂ ਤਾਂ ਕੱਲ੍ਹ ਇਹ ਖਤਮ ਹੋ ਜਾਣੀ ਹੈ। ਜਿੰਨਾ ਸਮਾਂ ਹੈ ਇੰਨਾ ਸਮਾਂ ਆਪਾਂ ਲਾਹਾ ਲੈ ਲਈਏ, ਇਹ ਐਵੇਂ ਨਾ ਨਿਕਲ ਜਾਵੇ। ਅਤੇ ਗੁਰੂ ਸਵਾਰਿਓ ਫਿਰ ਇਸ ਤਰ੍ਹਾਂ ਉਹ ਸਮੇਂ ਦੀ ਕਦਰ ਕਰਦੇ ਹਨ ਅਤੇ ਪਰਮਾਲਕ ਵਾਹਿਗੁਰੂ ਦਾ ਉਹ ਸਿਮਰਨ ਕਰਦੇ, ਧਰਮ ਦੇ ਨਿਮਿੱਤ ਕਰਮ ਕਰਦੇ ਹਨ। ਇੰਝ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ। ਅਤੇ ਗੁਰੂ ਪਾਤਸ਼ਾਹ ਕਹਿੰਦੇ ਪਰ ਉਹਦੇ ਉਲਟ ਅਗਿਆਨੀ ਅੰਧ ਕਮਾਏ। ਜਿਹੜਾ ਅਗਿਆਨੀ ਪੁਰਸ਼ ਹੈ, ਗਿਆਨ ਤੋਂ ਹੀਣਾ, ਜਿਹਨੂੰ ਬੇਗਿਆਨਾ ਆਪਾਂ ਆਖ ਦਿੰਦੇ, ਬੇਗਿਆਨਾ, ਇਹਨੂੰ ਕੋਈ ਗਿਆਨ ਨਹੀਂ ਹੈ।
ਕਹਿੰਦੇ ਉਹ ਅਗਿਆਨੀ ਜੀਵ ਅੰਧਲਾ ਹੈ, ਉਹਦੇ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਹਨ। ਮਨਾਖਾ ਹੋਣ ਕਰਕੇ ਕਹਿੰਦੇ ਅੰਧਲਾ ਹੋ ਕੇ ਉਹ ਅੰਧ ਕਰਮ ਹੀ, ਮਾੜੇ ਕਰਮ ਹੀ ਕਮਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਲੈਂਦਾ ਹੈ। ਨਾਨਕ ਏਥੈ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਨੇ ਇੱਥੇ ਕਮਾਓ, ਜੋ ਇੱਥੇ ਕਮਾਣਾ ਕੀਤਾ ਮਨੁੱਖਾ ਦੇਹੀ ਦੇ ਵਿੱਚ, ਮਨੁੱਖਾ ਦੇਹੀ ਵਿੱਚ ਜਿਹੜੇ ਕਰਮ ਕਮਾ ਲਏ, ਨਾਮ ਜਪ ਲਿਆ, ਧਰਮ ਦੇ ਨਿਮਿੱਤ ਕਰਮ ਕਰ ਲਏ, ਸੇਵਾ ਸਿਮਰਨ ਕੀਤਾ, ਕਹਿੰਦੇ ਫਿਰ ਇਹ ਤੈਨੂੰ ਮਿਲਣ ਅੱਗੇ ਦਾ ਫਲ ਜ਼ਰੂਰ ਮਿਲੇਗਾ। ਕੁਦਰਤੀ ਤੌਰ 'ਤੇ ਹੈ, ਆਪਾਂ ਜੀਵਨ 'ਚ ਵਿਚਰਦਿਆਂ ਹੋਇਆਂ ਦੇਖੀਏ, ਕੋਈ ਜੀਵ ਧਰਮ ਦੇ ਨਿਮਿੱਤ ਕਰਮ ਕਰਨ ਲੱਗ ਪਵੇ, ਸਿਮਰਨ ਕਰਨ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਲੱਗ ਪਵੇ, ਅਤੇ ਦੁਨੀਆ ਦੇ ਲੋਕ ਉਹਦਾ ਫਿਰ ਮਾਣ ਸਨਮਾਨ ਕਰਨ ਲੱਗ ਪੈਂਦੇ ਨੇ ਕਿ ਜਿਹੜਾ ਇਹ ਪੁਰਸ਼ ਹੈ, ਇਹ ਭਲਾ ਪੁਰਸ਼ ਹੈ, ਇਹ ਬੰਦਗੀ ਕਰਨ ਵਾਲਾ ਹੈ, ਇਹ ਸੇਵਾ ਕਰਦਾ। ਉਹ ਨਹੀਂ ਕਹਿੰਦਾ ਕਿ ਮੇਰਾ ਮਾਣ ਸਨਮਾਨ ਕਰੋ, ਵਡਿਆਈ ਕਰੋ। ਉਹਦੇ ਕੀਤੇ ਹੋਏ ਕਰਮਾਂ ਨੂੰ ਦੇਖ ਕੇ, ਉਹਦੀ ਰਹਿਣੀ ਬਹਿਣੀ ਨੂੰ ਦੇਖ ਕੇ ਸੰਸਾਰ ਦੇ ਲੋਕ ਨੂੰ ਮਾਣ ਸਨਮਾਨ ਦਿੰਦੇ ਨੇ। ਅਤੇ ਸਤਿਗੁਰੂ ਕਹਿੰਦੇ ਜਿਵੇਂ ਇਸ ਲੋਕ ਦੇ ਵਿੱਚ ਤੈਨੂੰ ਫਿਰ ਮਾਣ ਮਿਲੇਗਾ, ਸਨਮਾਨ ਮਿਲਦਾ ਹੈ, ਅੱਗੇ ਜਦੋਂ ਪਰਲੋਕ ਵਿੱਚ ਜਾਵੇਗਾ, ਇਸ ਲੋਕ ਦਾ ਪੈਂਡਾ ਮੁਕਾ ਕੇ ਪਰਲੋਕ ਦਾ ਵਾਸੀ ਬਣੇਗਾ। ਕਹਿੰਦੇ ਉੱਥੇ ਜਾ ਕੇ ਵੀ ਤੈਨੂੰ ਫਿਰ ਜੋ ਤੈਂ ਕਰਮ ਕੀਤਾ ਉਹ ਪਾਏ, ਉਹ ਤੇ ਅੱਗੇ ਜਾ ਕੇ ਪ੍ਰਾਪਤ ਕਰਨਾ ਹੈ। ਭਾਵ ਗੁਰੂ ਸਵਾਰਿਓ, ਚਾਹੇ ਸਾਡੇ ਮਾੜੇ ਕਰਮ ਨੇ, ਚਾਹੇ ਚੰਗੇ ਕਰਮ ਨੇ, ਉਹਦਾ ਫਲ ਸਾਨੂੰ ਅੱਗੇ ਜਾ ਕੇ ਭੋਗਣਾ ਪਵੇਗਾ। ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਪ੍ਰਮਾਣ ਸਾਨੂੰ ਦੇਣਾ ਕੀਤੇ ਨੇ। ਜਿਵੇਂ ਸਤਿਗੁਰੂ ਸਮਝਾਉਂਦੇ ਨੇ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਲੋਰੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏਂਦਾ, ਪੈਂਦਾ ਲੋੜੈ ਪੱਟ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਹਨ ਕਿ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਇਸੇ ਪ੍ਰਕਾਰ ਹੀ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੋ ਤੇ ਸਤਿਗੁਰੂ ਕਹਿੰਦੇ ਨੇ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਸਾਰੇ ਜੋ ਕਰਮ ਕੀਤੇ ਉਹ ਭੋਗਣੇ ਪੈਣੇ ਨੇ। ਚੰਗੇ ਕਰਮਾਂ ਦਾ ਚੰਗਾ ਫਲ ਅਤੇ ਮਾੜਿਆਂ ਦਾ ਮਾੜਾ ਫਲ ਜੋ ਇੱਥੇ ਕਮਾਵੇਗਾ, ਕਹਿੰਦੇ ਉਹ ਤੈਨੂੰ ਅੱਗੇ ਜਾ ਕੇ ਪ੍ਰਾਪਤ ਹੋਣਗੇ। ਉਹਦੇ ਮੁਤਾਬਕ ਤੈਨੂੰ ਅਗਲਾ ਜਿਹੜਾ ਤੇਰਾ ਸਫ਼ਰ ਹੈ ਜ਼ਿੰਦਗੀ ਦਾ, ਉਹ ਤੈਨੂੰ ਮਿਲੇਗਾ। ਇਸ ਕਰਕੇ ਭਾਈ ਇੱਥੇ ਹੀ ਆ, ਇੱਥੇ ਬੈਠ ਕੇ ਤੂੰ ਉਸ ਮਾਲਕ ਦਾ ਨਾਮ ਜਪ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਸ ਵਾਹਿਗੁਰੂ ਨੂੰ ਚੇਤੇ ਰੱਖ, ਜਿਸ ਵਾਹਿਗੁਰੂ ਨੇ ਤੈਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਜਦੋਂ ਤੈਨੂੰ ਸੰਸਾਰ 'ਚ ਭੇਜਿਆ ਅਤੇ ਮਾਲਕ ਨੇ ਕਹਿ ਦਿੱਤਾ, ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਤੈਨੂੰ 84 ਲੱਖ ਜੂਨਾਂ ਦਾ ਰਾਜਾ ਬਣਾ ਤਾ, ਸਰਦਾਰ ਬਣਾ ਦਿੱਤਾ। ਕਹਿੰਦੇ ਉਸ ਮਾਲਕ ਨੂੰ ਚੇਤੇ ਕਰ ਭਾਈ, ਕਿਉਂਕਿ ਤੈਨੂੰ ਮਾਲਕ ਨੇ ਬਾਕੀ ਜੂਨਾਂ ਨਾਲੋਂ ਤੈਨੂੰ ਵਧੀਆ ਅਕਲ ਬਖਸ਼ਣਾ ਕੀਤੀ ਹੈ। ਜਿਹੋ ਜਿਹੇ ਅਵਤਾਰੀ ਪੁਰਸ਼ ਸੰਸਾਰ 'ਚ ਆਏ ਨੇ, ਮਨੁੱਖਾਂ ਦੇਹੀਆਂ ਦੇ ਵਿੱਚ ਪਰਮਾਤਮਾ ਖੁਦ ਅਵਤਾਰੀ ਪੁਰਸ਼ਾਂ ਦਾ ਰੂਪ ਧਾਰਨ ਕਰਕੇ ਆਇਆ ਹੈ। ਜਿਹੋ ਜਿਹਾ ਸਾਡੇ ਸਰੀਰ ਨੇ, ਉਹੋ ਜਿਹੇ ਸਰੀਰ ਪਰਮਾਤਮਾ ਨੇ ਆਪਣੇ ਬਣਾਉਣਾ ਕੀਤੇ। ਅਤੇ ਫਰਕ ਕੀ ਰੱਖਿਆ? ਫਰਕ ਕੁਝ ਨਹੀਂ ਰੱਖਣਾ ਕੀਤਾ, ਅਤੇ ਆਪਾਂ ਹੀ ਫਰਕ ਪਾ ਲਿਆ। ਆਪਾਂ ਨਾ ਸ਼ੁਕਰੇ ਬਣ ਗਏ। ਗੁਰੂ ਸਾਹਿਬਾਨ ਤਾਂ ਕਹਿੰਦੇ ਨੇ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ
सो देही भज हर की सेव। फिर पातशाह कहते ने भलो गोबिंद भूल मत जाहो, मानस जन्म का यही लाहो। मनुखा जो होंदा ये लाहा है, जे लाहा खट लिया फिर गुरु सवारे साडा जीवन सफला हो जाएगा। जे असी इसे तरह अपनी जिंदगी व्यर्थ गवा ली, कौडियां दे भा मनुखा जन्म जाई गवा लिया, फिर साडा जिहड़ा ये 84 लख जूना दा सफ़र दुबारा फिर शुरू हो जाएगा। फिर सरदार नहीं रवांगे, साडी सिकदारी नहीं रहेगी, तो उदों फिर आपां टेढ़ियां मेढ़ियां जुन च भटकांगे। इस करके पातशाह जी कहते ने नानक इत्थे कमावै, जो इत्थे कमाना कीता सो मिलै उही मिलेगा। अग्गै नानक इत्थे का सो मिलै, अग्गै पाए जाए, अग्गै उस लोक दे विच परलोक दे विच तो उही प्राप्त करेगा। महला तीजा। तुर खसम का हुक्म पया, बिन सतगुर चेतिया ना जाए। सतगुर मिलिया अंतर रब रहया, सदा रहया लिव लाए। महल्ले दे विच धन गुरु अमरदास पातशाह महाराज बख्शिश करते ने, कहते ने धुर खसम का हुक्म पिया। धुरों दरगाहों, खसम परमेश्वर अकाल पुरख, उस मालक का हुक्म पै गया, हुक्म होया। उहदे हुक्म दे नाल ही, हुक्म की है परमात्मा का कि बिन सतगुर चेतिया ना जाए। भाई गुरु तो बिना उस मालक नूं चेते नहीं किया जा सकता है। भाव गुरु ही एक ऐसा है जिहड़ा सानू उस मालक वाहिगुरु दे नाल मिलाण वाला है, उस मालक नाल एकवें करन वाला है। जे गुरु वाले नहीं बने फिर गुरु सवारियो असी साडी मालक प्रभु नाल नेड़ता नहीं बन सकती है। गुरु साडे शंके निवृत्त करन वाला है। गुरु विच ऐसी कला है, जो गुरु कोल कोई आके सवाल करदा ना, बड़े बड़े जिहड़े अपने दाने सियाणे पुरश कहाण वाले सन, उन्हां दीयां शंका सतगुरु साहिबान निवृत्त कीतियां ने। जिवें गुरु हरगोबिंद साहब महाराज जीवन की गाथा आउंदी है, कहते ने सतगुरु गुरु हरगोबिंद साहब महाराज एक पंडित आ गया, बड़ा विद्वान पढ़िया लिखिया। कोई जो सवाल करता तो उस समय सवाल का उत्तर दिंदा, धार्मिक ग्रंथ पढ़िया होया है। तो सतगुरु गुरु हरगोबिंद साहब महाराज चरणा च मत्था टेकिया, कोल बैठ गया। कोल बैठण उपरंत पातशाह नूं कहण लग्या कि सतगुरु जी मैं धार्मिक ग्रंथ पढ़े, 4 वेद पढ़ ले, किताब पढ़ ले, 27 सिमरतियाँ पढ़ लियाँ, 18 पुराण पढ़ ले। इन्हां ग्रंथां विच ये लिखिया होया कि परमात्मा जिहड़ा है वो हर एक जीव दे अंदर बैठा होया। ते सतगुरु जदों मैं तुहाडी बाणी पढ़ी, तुहाडी वड्डियां दी बाणी उच्चारण की, गुरु नानक साहब महाराज तो 5वें पातशाह महाराज तक उन्हां दी बाणी पढ़ी, उन्हां दी बाणी आप जी सिखां पासों सुनी। ते सतगुरु बाणी दे विच भी ये लिखिया कि परमात्मा घट घट मैं हर जू वसै, संतन किहो पुकार। ते सतगुरु जे परमेश्वर घट घट दे विच वसदा है, फिर वो दिखाई क्यों नहीं दे रहा? सवाल बहुत गहरा सी। गुरु हरगोबिंद साहब सवाल किया, कहन लगे जे परमेश्वर घट घट विच वसदा है, फिर दिखाई क्यों नहीं दे रहा? हुण सतगुरु महाराज ने अपने मन च विचार की कि जेकर मैं सवालों के नाल इनू उत्तर देवां, ये विद्वान है, पंडित है, पढ़िया लिखिया है, शंका दे मन च पैदा होगी, शंका निवृत्ति नहीं होगी। इहो जिहा कौतक कीता जावे,
ਪ੍ਰੈਕਟੀਕਲ ਕਰਕੇ ਦੱਸਿਆ ਜਾਵੇ ਤਾਂ ਕਿ ਉਹਨੂੰ ਪਤਾ ਲੱਗ ਜਾਵੇ, ਕਿ ਤਸੱਲੀ ਹੋ ਜਾਵੇ ਕਿ ਵਾਕਈ ਇਹ ਕਮੀ ਹੋਣ ਕਰਕੇ ਪਰਮੇਸ਼ਰ ਸਾਨੂੰ ਸਾਰੀਆਂ ਥਾਵਾਂ 'ਤੇ ਦਿਖਾਈ ਨਹੀਂ ਦੇ ਰਿਹਾ। ਸਤਿਗੁਰੂ ਕਹਿਣ ਲੱਗੇ, ਭਾਈ ਤਕਾਲਾਂ ਦੇ ਸਮੇਂ ਆਵੀਂ, ਸ਼ਾਮ ਦੇ ਸਮੇਂ ਤੇਰੇ ਸਵਾਲ ਦਾ ਉੱਤਰ ਦੇਵਾਂਗੇ। ਪੰਡਤ ਜੀ ਬਾਹਰ ਬੈਠ ਗਏ, ਉਡੀਕ ਕਰ ਰਹੇ ਨੇ ਕਿ ਕਦੋਂ ਸ਼ਾਮਾਂ ਦਾ ਤਕਾਲਾਂ ਦਾ ਸਮਾਂ ਹੋਵੇ ਅਤੇ ਉਦੋਂ ਮੈਂ ਸਤਿਗੁਰੂ ਕੋਲ ਜਾਵਾਂ ਅਤੇ ਆਪਣੇ ਸਵਾਲ ਦਾ ਉੱਤਰ ਲਵਾਂ। ਸੂਰਜ ਅਸਤ ਹੋਣ ਲੱਗਿਆ ਅਤੇ ਗੁਰੂ ਸਾਹਿਬਾਨ ਦੇ ਕੋਲ ਆ ਕੇ ਫਿਰ ਪਹੁੰਚ ਗਿਆ, ਮੱਥਾ ਟੇਕਿਆ ਕਿ ਪਾਤਸ਼ਾਹ ਮੇਰਾ ਸਵਾਲ, ਕਿਰਪਾ ਕਰੋ ਮੇਰੇ ਸਵਾਲ ਦਾ ਉੱਤਰ ਦੇਵੋ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਹਨੇਰਾ ਹੋਣ ਦੇ, ਜੋ ਹਨੇਰਾ ਹੋ ਜਾਵੇਗਾ ਫਿਰ ਤੇਰੇ ਸਵਾਲ ਦਾ ਉੱਤਰ ਦੇਵਾਂਗੇ। ਫਿਰ ਬਾਹਰ ਬੈਠ ਗਿਆ, ਸਮਾਂ ਲੰਘਿਆ, ਉਡੀਕ ਕਰ ਰਿਹਾ ਹੈ। ਜਦੋਂ ਮਤਲਬ ਕਿਸੇ ਕਾਰਜ ਨੂੰ ਕਰਾਉਣਾ ਹੋਵੇ ਨਾ, ਉਡੀਕ ਕਰਨੀ ਬੜੀ ਔਖੀ ਹੈ। ਥੋੜ੍ਹਾ ਸਮਾਂ ਵੀ ਗੁਰੂ ਸਵਾਰਿਓ ਕਾਫੀ ਲੰਮਾ ਜਾਪਦਾ ਹੈ। ਬਾਹਰ ਬੈਠਾ ਹੋਇਆ ਉਡੀਕ ਕਰਦਾ ਕਿ ਕਦੋਂ ਸਮਾਂ ਲੰਘੇ, ਹਨੇਰਾ ਹੋ ਜਾਵੇ ਅਤੇ ਮੈਂ ਸਤਿਗੁਰੂ ਮਹਾਰਾਜ ਬਸ ਆਪਣੇ ਸਵਾਲ ਦਾ ਉੱਤਰ ਲਵਾਂ। ਹੁਣ ਹਨੇਰਾ ਹੋ ਗਿਆ, ਫਿਰ ਸਤਿਗੁਰੂ ਮਹਾਰਾਜ ਕੋਲ ਗਿਆ, ਕਹਿਣ ਲੱਗਿਆ, ਪਾਤਸ਼ਾਹ ਹੁਣ ਕਿਰਪਾ ਕਰੋ ਮੇਰੇ ਸਵਾਲ ਦਾ ਉੱਤਰ ਦੇਵੋ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਭਾਈ ਆਕਾਸ਼ 'ਚ ਤਾਰੇ ਨਿਕਲ ਲੈਣ ਦੇ, ਪਹਿਲਾਂ ਤਾਰੇ ਨਿਕਲ ਲੈਣ ਦੇ, ਜੇ ਤਾਰੇ ਨਿਕਲ ਜਾਣਗੇ ਫਿਰ ਅਸੀਂ ਤੇਰੇ ਸਵਾਲ ਦਾ ਉੱਤਰ ਦੇਵਾਂਗੇ। ਫਿਰ ਬਾਹਰ ਬੈਠ ਗਿਆ, ਉਡੀਕ ਕਰਦਾ, ਫਿਰ ਤਾਰੇ ਨਿਕਲ ਆਏ ਆਕਾਸ਼ ਦੇ ਵਿੱਚ, ਅਤੇ ਫਿਰ ਦੁਬਾਰਾ ਸਤਿਗੁਰੂ ਮਹਾਰਾਜ ਕੋਲ ਆ ਗਿਆ, ਕਹਿਣ ਲੱਗਿਆ, ਪਾਤਸ਼ਾਹ ਕਿਰਪਾ ਕਰੋ ਮੇਰੇ ਸਵਾਲ ਦਾ ਉੱਤਰ ਦੇਵੋ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਚੰਦਰਮਾ ਨਿਕਲ ਲੈਣ ਦੇ, ਆਕਾਸ਼ 'ਚ ਜਦੋਂ ਚੰਦਰਮੇ ਦਾ ਪ੍ਰਕਾਸ਼ ਹੋ ਜਾਵੇਗਾ ਨਾ ਫਿਰ ਤੇਰੇ ਸਵਾਲ ਦਾ ਉੱਤਰ ਦੇਵਾਂਗੇ। ਹੁਣ ਪੰਡਤ ਜੀ ਸਾਰਾ ਦਿਨ ਉਡੀਕ ਕਰਦੇ ਨੇ ਤੇ ਗੁਰੂ ਸਵਾਰੇ ਤਾਰੇ ਨਿਕਲ ਆਏ। ਹੁਣ ਚੰਦਰਮਾ ਦੀ ਉਡੀਕ ਹੋ ਰਹੀ ਹੈ, ਇੱਕ ਚੰਦਰਮਾ ਨਿਕਲੇ ਅਤੇ ਮੈਂ ਸਤਿਗੁਰੂ ਮਹਾਰਾਜ ਪਾਸੋਂ ਆਪਣੇ ਸਵਾਲ ਦਾ ਉੱਤਰ ਲਾਂ। ਅਤੇ ਮਨ 'ਚ ਸ਼ੰਕਾ ਵੀ ਹੈ, ਕਿਤੇ ਗੁਰੂ ਸਾਹਿਬਾਨ ਜੀ ਮੈਨੂੰ ਟਾਲਦੇ ਤਾਂ ਨਹੀਂ, ਕਿਤੇ ਮੈਂ ਸਵਾਲ ਕਰਦਾ ਵਾਰ ਵਾਰ, ਇਹਦਾ ਮਤਲਬ ਕਿ ਸਤਿਗੁਰੂ ਮਹਾਰਾਜ ਮੇਰੇ ਸਵਾਲ ਦਾ ਉੱਤਰ ਕਿਉਂ ਨਹੀਂ ਦੇ ਰਹੇ, ਜਾਂ ਤਾਂ ਸਤਿਗੁਰੂ ਕੋਲ ਮੇਰੇ ਸਵਾਲ ਦਾ ਉੱਤਰ ਹੀ ਨਹੀਂ ਹੈ। ਅਤੇ ਇਸ ਤਰ੍ਹਾਂ ਮਨ 'ਚ ਵਿਚਾਰ ਕਰ ਰਿਹਾ ਕਿ ਇਸ ਤਰ੍ਹਾਂ ਵਿਚਾਰਾਂ ਕਰਦਿਆਂ ਹੋਇਆਂ ਇੰਨੇ ਚਿਰ ਨੂੰ ਆਕਾਸ਼ 'ਚ ਚੰਦਰਮਾ ਨਿਕਲ ਆਇਆ। ਚੰਦਰਮਾ ਨਿਕਲ ਆਇਆ ਅਤੇ ਫਿਰ ਸਤਿਗੁਰੂ ਮਹਾਰਾਜ ਕੋਲ ਆ ਕੇ ਪਹੁੰਚ ਗਿਆ, ਕਹਿਣ ਲੱਗਿਆ, ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਚੰਦਰਮਾ ਵੀ ਨਿਕਲ ਆਇਆ ਅਤੇ ਮੇਰੇ ਸਵਾਲ ਦਾ ਉੱਤਰ ਦੇਵੋ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੰਡਤ ਦਾ ਹੱਥ ਪਕੜਿਆ, ਕਹਿਣ ਲੱਗੇ, ਆ ਭਾਈ ਪੰਡਤਾ ਤੇਰੇ ਆਪ ਸਵਾਲ ਦਾ ਉੱਤਰ ਦਈਏ। ਪੰਡਤ ਦਾ ਹੱਥ ਪਕੜਿਆ ਅਤੇ ਬਾਬਾ ਬਿਧੀ ਚੰਦ ਜੀ ਨੂੰ ਬਚਨ ਕੀਤੇ, ਕਹਿੰਦੇ 2 ਘੜੇ ਪਾਣੀ ਦੇ ਭਰ ਕੇ ਸਾਡੇ ਕੋਲ ਲੈ ਕੇ ਆਵੋ। ਬਾਹਰ ਆ ਗਏ ਘੜੇ, ਬਾਬਾ ਬਿਧੀ ਚੰਦ ਜੀ ਆਏ ਅਤੇ ਘੜੇ ਭਰ ਕੇ ਸਤਿਗੁਰੂ ਮਹਾਰਾਜ ਦੇ ਸਨਮੁਖ ਰੱਖ ਦਿੱਤੇ। ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਪੰਡਤ ਜੀ ਇੱਕ ਘੜੇ ਦੇ ਵਿੱਚ ਪਾਣੀ ਵਿੱਚ ਮਿੱਟੀ ਪਾਣਾ ਕਰੋ, ਇੱਕ 'ਚ ਨਹੀਂ ਪਾਣੀ, ਇੱਕ ਬਿਲਕੁਲ ਸਾਫ਼ ਰੱਖਣਾ ਹੈ। ਇੱਕ 'ਚ ਮਿੱਟੀ ਪਾਣੀ ਹੈ, ਇੱਕ ਸਾਫ਼ ਰੱਖਣਾ ਹੈ। ਅਤੇ ਪੰਡਤ ਜੀ ਨੇ ਮਿੱਟੀ ਪਾ ਦਿੱਤੀ। ਜਦੋਂ ਮਿੱਟੀ ਪਾਈ ਹੈ ਅਤੇ ਮਿੱਟੀ ਪਾ ਕੇ ਜਿਹੜਾ ਰੰਗ ਸੀ ਸਾਰਾ ਪਾਣੀ ਦਾ ਗੇਰੂ ਰੰਗ ਹੋ ਗਿਆ, ਮਿੱਟੀ ਜੈਸਾ ਹੋ ਗਿਆ। ਅਤੇ ਸਤਿਗੁਰੂ ਮਹਾਰਾਜ ਨੇ ਫਿਰ ਬਚਨ ਕੀਤੇ, ਕਹਿਣ ਲੱਗੇ, ਦੱਸ ਪੰਡਤ ਜੀ ਇਹ ਦੇਖੋ, ਤੁਹਾਨੂੰ ਇਸ ਘੜੇ ਦੇ ਵਿੱਚ ਜਿਹੜਾ ਜਲ ਸਾਫ਼ ਹੈ ਬਿਲਕੁਲ, ਇਸ ਘੜੇ ਦੇ ਵਿੱਚ ਤੁਹਾਨੂੰ ਚੰਦਰਮਾ ਦਿਖਾਈ ਦੇ ਰਿਹਾ? ਕਹਿਣ ਲੱਗਿਆ, ਹਾਂਜੀ ਸਤਿਗੁਰੂ ਇਸ ਘੜੇ ਵਿੱਚ ਚੰਦਰਮਾ ਦਾ ਅਕਸ ਪੈ ਰਿਹਾ, ਚੰਦਰਮਾ ਮੈਨੂੰ ਦਿਖਾਈ ਦੇ ਰਿਹਾ ਏ। ਅਤੇ ਗੁਰੂ ਸਾਹਿਬਾਨ ਜੀ ਕਹਿੰਦੇ, ਹੁਣ ਦੂਜੇ ਘੜੇ ਵਿੱਚ ਦੇਖਣਾ ਕਰ। ਜਦੋਂ ਦੂਜੇ ਵਿੱਚ ਕਹਿਣ ਲੱਗਿਆ, ਪਾਤਸ਼ਾਹ ਇਹਦੇ ਵਿੱਚ ਨਹੀਂ ਦਿਖਾਈ ਦੇ ਰਿਹਾ। ਪਾਤਸ਼ਾਹ ਕਹਿਣ ਲੱਗੇ, ਕਿਉਂ ਨਹੀਂ ਦਿਖਾਈ ਦੇ ਰਿਹਾ?
ਕਹਿਣ ਲੱਗਿਆ ਪਾਤਸ਼ਾਹ ਇਹਦੇ ਅੰਦਰ ਮਿੱਟੀ ਹੈ, ਮਿੱਟੀ ਹੋਣ ਕਰਕੇ ਪਾਣੀ ਸਾਰਾ ਗੰਦਲਾ ਹੋ ਗਿਆ ਏ ਅਤੇ ਸਾਫ਼ ਪਾਣੀ ਦੇ ਵਿੱਚੋਂ ਚੰਦਰਮਾ ਦਾ ਅਕਸ ਦਿਖਾਈ ਦੇਵੇਗਾ ਅਤੇ ਗੰਧਲੇ ਪਾਣੀ ਵਿੱਚ ਦਿਖਾਈ ਨਹੀਂ ਦੇਵੇਗਾ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪੰਡਤ ਜੀ ਇਹੀ ਤੁਹਾਡੇ ਸਵਾਲ ਦਾ ਉੱਤਰ ਹੈ। ਤੁਸੀਂ ਸਾਨੂੰ ਸਵਾਲ ਕੀਤਾ ਸੀ ਕਿ ਪਰਮਾਤਮਾ ਸਾਰੀਆਂ ਥਾਵਾਂ 'ਤੇ ਹੈ, ਹਰ ਇੱਕ ਜੀਵ ਦੇ ਅੰਦਰ ਬੈਠਾ ਹੋਇਆ ਹੈ, ਦਿਖਾਈ ਕਿਹਨੂੰ ਦੇ ਰਿਹਾ ਹੈ? ਅਤੇ ਪਾਤਸ਼ਾਹ ਕਹਿੰਦੇ ਜਿਵੇਂ ਗੰਧਲਾ ਪਾਣੀ ਹੈ ਨਾ ਘੜੇ ਦਾ, ਇਸੇ ਤਰ੍ਹਾਂ ਜੀਵਾਂ ਦੇ ਅੰਦਰ ਵਿਕਾਰਾਂ ਦੀ ਗੰਦਗੀ ਹੈ, ਵਿਸ਼ਿਆਂ ਦੀ ਗੰਦਗੀ ਹੈ, ਹਉਮੈ ਦੀ ਗੰਦਗੀ ਹੈ। ਜਦੋਂ ਤੱਕ ਇਹ ਗੰਦਗੀ ਦੂਰ ਨਹੀਂ ਹੁੰਦੀ, ਇਹ ਸਾਫ਼ ਨਹੀਂ ਹੁੰਦੀ, ਅਤੇ ਉਦੋਂ ਤੱਕ ਅੰਦਰ ਬੈਠਾ ਹੋਇਆ ਪਰਿਪੂਰਨ ਪਰਮਾਤਮਾ ਦਿਖਾਈ ਨਹੀਂ ਦੇਵੇਗਾ। ਪਹਿਲਾਂ ਅੰਦਰਲੀ ਗੰਦਗੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਸਤਿਗੁਰੂ ਇਹ ਕਿਵੇਂ ਸਾਫ਼ ਹੋਣੀ ਹੈ? ਅਤੇ ਪਾਤਸ਼ਾਹ ਕਹਿਣ ਲੱਗੇ ਇਹ ਸਾਫ਼ ਹੋਣੀ ਹੈ ਸੇਵਾ ਸਿਮਰਨ ਕਰਕੇ। ਪੰਡਤ ਜੀ ਤੁਸੀਂ ਵਿਦਵਾਨ ਹੋ, ਪੜ੍ਹੇ ਲਿਖੇ ਹੋ, ਗ੍ਰੰਥ ਪੜ੍ਹੇ ਹੋ, ਤੁਸੀਂ ਵਿਦਵਤਾ ਵਾਲੇ ਹੋ, ਤੁਹਾਡੇ ਅੰਦਰ ਤਾਂ ਸਭ ਤੋਂ ਪਹਿਲਾਂ ਇਹੀ ਮਾਣ ਹੈ ਕਿ ਮੈਂ ਗਿਆਨੀ ਹਾਂ। ਕਹਿੰਦੇ ਪਹਿਲਾਂ ਇਸ ਮਾਣ ਨੂੰ ਤਿਆਗ, ਇਸ ਮਾਣ ਨੂੰ ਤਿਆਗ ਕੇ ਫਿਰ ਤੂੰ ਨਾਮ ਬਾਣੀ ਦਾ ਅਭਿਆਸ ਕਰ, ਸੇਵਾ ਸਿਮਰਨ ਕਰ, ਅਤੇ ਤੇਰੇ ਅੰਦਰੋਂ ਕਹਿੰਦੇ ਆਪਣੀਆਂ ਗੰਦਗੀ ਦੂਰ ਹੋਵੇਗੀ, ਫਿਰ ਤੈਨੂੰ ਸਾਰੀਆਂ ਥਾਵਾਂ 'ਤੇ ਬੈਠਾ ਹੋਇਆ ਰੱਬ ਦਿਖਾਈ ਦੇਵੇਗਾ। ਸੋ ਗੁਰੂ ਸਾਹਿਬ ਦੇ ਕਿੱਡਾ ਵੱਡਾ ਦ੍ਰਿਸ਼ਟਾਂਤ ਪਾਤਸ਼ਾਹ ਨੇ ਦੇਣ, ਬੜੇ ਤਰੀਕੇ ਨਾਲ ਸਮਝਾਉਣਾ ਕੀਤਾ ਕਿ ਆਹ ਤਰੀਕਾ ਹੈ। ਪਕੜ ਵਿੱਚ ਆ ਗਿਆ ਅਤੇ ਪੰਡਤ ਜੀ ਫਿਰ ਕਮਾਈ ਕਰਨ ਲੱਗ ਪਏ। ਗੁਰੂ ਸਾਹਿਬਾਨ ਦੇ ਉਹ ਸਿੱਖ ਬਣੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਅਤੇ ਸਤਿਗੁਰੂ ਮਹਾਰਾਜ ਇੱਥੇ ਇਹ ਕਹਿਣ ਦਾ ਵੇ ਜੁਗਤੀ ਜਿਹੜੀ ਹੈ ਨਾ, ਇੱਥੇ ਸਤਿਗੁਰੂ ਇਹ ਬਚਨ ਕਰਦੇ ਨੇ ਕਿ ਧੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਧੁਰੋਂ ਦਰਗਾਹੋਂ ਖਸਮ ਦਾ ਮਾਲਕ ਦਾ ਹੁਕਮ ਹੋ ਗਿਆ। ਕੀ ਹੁਕਮ ਹੈ? ਕਿ ਸਤਿਗੁਰ ਤੋਂ ਬਿਨਾਂ ਉਸ ਮਾਲਕ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ ਹੈ। ਗੁਰੂ ਕੋਲ ਜੁਗਤੀ ਹੈ ਨਾ ਮਿਲਾਣ ਦੀ। ਜੇ ਪੰਡਤ ਨੂੰ ਦਿਖਾ ਦਿੱਤਾ ਕਿ ਰੱਬ ਸਾਰੀਆਂ ਥਾਵਾਂ 'ਤੇ ਹੈ, ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਜੀ ਤੋਂ ਬਿਨਾਂ ਜਦੋਂ ਗੁਰੂ ਸਾਹਿਬਾਨ ਮਿਲੇ ਹੋਏ ਨੇ, ਇੱਕ ਨੇ, ਉਹ ਸਾਨੂੰ ਉਸ ਮਾਲਕ ਨਾਲ ਮਿਲਾਉਣ ਵਾਲੇ ਨੇ। ਗੁਰੂ ਦੀ ਉਸ ਮਾਲਕ ਦੀ ਕਿਰਪਾ ਦੇ ਨਾਲ ਹੀ ਗੁਰੂ ਵਾਲੇ ਬਣ ਕੇ ਉਸ ਮਾਲਕ ਨੂੰ ਚੇਤੇ ਕੀਤਾ ਜਾ ਸਕਦਾ। ਗੁਰੂ ਤੋਂ ਬਿਨਾਂ ਅਸੀਂ ਉਹਨੂੰ ਚੇਤੇ ਨਹੀਂ ਕਰ ਸਕਦੇ ਹਨ। ਸਤਿਗੁਰ ਮਿਲਿਆ ਅੰਤਰ ਰਬ ਰਹਿਆ, ਸਦਾ ਰਹਿਆ ਲਿਵ ਲਾਏ। ਜੋ ਸਤਿਗੁਰੂ ਮਿਲ ਜਾਂਦੇ ਨੇ ਫਿਰ ਕੀ ਹੁੰਦਾ ਹੈ? ਅੰਤਰ ਰਬ ਰਹਿਆ, ਜਿਹੜਾ ਅੰਤਰ ਰਮਿਆ ਹੋਇਆ ਪਰਮੇਸ਼ਰ ਹੈ, ਉਹ ਫਿਰ ਵਾਹਿਗੁਰੂ ਜਿਹੜਾ ਸਾਡੇ ਹਿਰਦੇ ਦੇ ਅੰਦਰ ਜਿਹੜਾ ਰਮਿਆ ਹੋਇਆ ਨਾ, ਰਮ ਜਾਂਦਾ ਹੈ। ਪਹਿਲਾਂ ਹੀ ਰਮਿਆ ਹੋਇਆ ਅਤੇ ਦਿਖਾਈ ਦੇਣ ਲੱਗ ਪੈਂਦਾ ਹੈ। ਅਤੇ ਸਦਾ ਰਹਿਆ ਲਿਵ ਲਾ, ਜਿਹੜਾ ਸਤਿਗੁਰੂ ਵਾਲਾ ਬਣ ਜਾਂਦਾ, ਫਿਰ ਉਹ ਸਦੀਵੀ ਕਾਲੇ ਸਤਿਗੁਰ ਦੇ ਲੜ ਲੱਗ ਕੇ ਉਸ ਮਾਲਕ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਆਪਣੀ ਲਿਵ ਨੂੰ ਲਾ ਕੇ ਰੱਖਦਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਅਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਫਿਰ ਉਹ ਜਿਹੜਾ ਜੀਵ ਹੈ ਜਿਹਨੂੰ ਸਾਰੀਆਂ ਥਾਵਾਂ ਦੇ ਇੱਕ ਮਾਲਕ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ ਨਾ, ਉਹ ਆਪਣੇ ਸਾਹ ਦੇ ਰਾਹੀਂ, ਹਰੇਕ ਸਾਹ ਦੇ ਰਾਹੀਂ ਉਸ ਮਾਲਕ ਨੂੰ, ਨਾਮ ਨੂੰ ਸੰਭਾਲਦਾ ਹੈ। ਮੁੱਖੋਂ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਜਪਦਾ ਹੈ, ਕਦੇ ਵੀ ਰਸਨਾ ਨੂੰ ਅਜਾਈ ਨਹੀਂ ਜਾਣ ਦਿੰਦਾ ਹੈ। ਦਮ ਨਾ ਬਿਰਥਾ ਜਾਏ, ਕਿ ਇਸ ਦਮ ਨੂੰ, ਸਾਹ ਨੂੰ ਬਿਰਥ ਨਹੀਂ ਜਾਣ ਦਿੰਦਾ। ਅਤੇ ਗੁਰੂ ਸਵਾਰਿਓ ਸਵਾਸਾਂ ਰੂਪੀ ਪੂੰਜੀ ਮਿਲੀ ਹੈ, ਪਤਾ ਨਹੀਂ ਕਦੋਂ ਮੁੱਕ ਜਾਣੀ ਹੈ। ਹੋ ਸਕਦਾ ਜਿਹੜੇ ਆਪਾਂ ਸਾਹ ਲੈ ਰਹੇ ਹਾਂ, ਸਾਨੂੰ ਸਾਹ ਆਇਆ, ਸਾਡਾ ਅਖੀਰਲਾ ਸਾਹ ਹੋਵੇ, ਕਿਸੇ ਨੂੰ ਕੀ ਪਤਾ ਹੈ ਕਿੰਨੇ ਸਾਹ ਪਾਏ ਨੇ ਅਤੇ ਕਿੰਨੇ ਮਿਲਣੇ ਨੇ, ਇਹਦੇ ਬਾਅਦ ਸਾਨੂੰ ਨਹੀਂ ਗਿਆਨ। ਇਹ ਪ੍ਰਮਾਤਮਾ ਜਾਣਦਾ, ਵਾਹਿਗੁਰੂ ਜਾਣਦਾ ਹੈ। ਇਹਨਾਂ ਓਲਾ ਰੱਖ ਲਿਆ, ਜੀਵ ਨੂੰ ਸਰੀਰ ਦੇ ਕੇ ਸੰਸਾਰ ਭੇਜ ਦਿੱਤਾ ਅਤੇ ਸਵਾਸਾਂ ਰੂਪੀ ਪੂੰਜੀ ਪਾ ਦਿੱਤੀ। ਜਿੰਨੇ ਮਾਲਕ ਨੇ ਪਾ ਦਿੱਤੇ ਉਨੇ ਹੀ ਆਪਾਂ ਲੈਣੇ ਨੇ, ਨਾ ਘੱਟ ਲੈ ਸਕਦੇ ਆ, ਨਾ ਵੱਧ ਲੈ ਸਕਦੇ ਆ, ਉਨੇ ਹੀ ਲੈਵਾਂਗੇ। ਇਸ ਕਰਕੇ ਪਾਤਸ਼ਾਹ ਕਹਿੰਦੇ ਇਸ ਦਮ ਨੂੰ ਵਿਅਰਥ ਨਾ ਜਾਣ ਦੇ। ਇਸ ਦਮ ਦੇ ਰਾਹੀਂ, ਸਾਹ ਦੇ ਰਾਹੀਂ
ਉਸ ਮਾਲਕ ਨੂੰ ਸਦੀਵੀ ਕਾਲ ਸੰਭਾਲਣਾ ਕਰ। ਜਨਮ ਮਰਨ ਕਾ ਭੋ ਗਿਆ, ਜੀਵਨ ਪਦਵੀ ਪਾਏ। ਜਿਨ੍ਹਾਂ ਨੇ ਹਰੇਕ ਦਮ ਦੇ ਰਾਹੀਂ, ਹਰੇਕ ਸਾਹ ਦੇ ਰਾਹੀਂ ਉਸ ਮਾਲਕ ਨੂੰ ਸੰਭਾਲਣਾ ਕੀਤਾ, ਮਾਲਕ ਦਾ ਨਾਮ ਜਪਿਆ, ਚੇਤੇ ਕੀਤਾ, ਉਹਨਾਂ ਦਾ ਫਿਰ ਜੰਮਣ ਮਰਨ ਦਾ ਭੋਗ ਜਿਹੜਾ ਡਰ ਹੈ ਨਾ, ਇਹ ਚਲਿਆ ਜਾਂਦਾ ਹੈ। ਉਹਨਾਂ ਨੂੰ ਪਤਾ ਹੈ ਕਿ ਅਸੀਂ ਹੁਣ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ, ਉਸ ਮਾਲਕ ਦੇ ਚਰਨਾਂ ਸਦੀਵੀ ਕਾਲੀ ਸਮਾ ਜਾਵਾਂਗੇ। ਅਤੇ ਇਸ ਤਰ੍ਹਾਂ ਉਹ ਨਾਮ ਜਪ ਕੇ ਜੀਵਨ ਪਦਵੀ ਪਾਏ। ਜੀਵਨ ਪਦਵੀ ਜਿਹਨੂੰ ਤੁਰੀਆ ਪਦ ਆਖਿਆ ਜਾਂਦਾ, ਜਿਸ ਪਦਵੀ ਨੂੰ ਆਤਮ ਅਡੋਲਤਾ ਵਾਲੀ ਅਵਸਥਾ ਆਖਿਆ ਜਾਂਦਾ ਹੈ, ਕਹਿੰਦੇ ਉਹ ਪਦਵੀ ਫਿਰ ਇਹ ਜੀਵ ਨਾਮ ਜਪ ਕੇ ਪ੍ਰਾਪਤ ਕਰ ਲੈਂਦਾ ਹੈ। ਨਾਨਕ ਇਹੋ ਮਰਤਬਾ ਤਿਸਨੋ ਦੇ, ਜਿਸਨੋ ਕਿਰਪਾ ਕਰੇ ਰਜਾਏ। ਪਰ ਨਾਲ ਹੀ ਗੁਰੂ ਪਾਤਸ਼ਾਹ ਨੇ ਗੱਲ ਮੁਕਾ ਦਿੱਤੀ ਅਗਲੀ ਪੰਕਤੀ 'ਚ, ਕਿ ਸਾਰਿਆਂ ਨੂੰ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ ਹੈ। ਜਿਹਦੇ ਉੱਤੇ ਉਸ ਮਾਲਕ ਦੀ, ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਾ, ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਨੂੰ ਇਹ ਨਾਨਕ ਇਹੋ ਮਰਤਬਾ, ਮਰਤਬਾ ਦਾ ਅਰਥ ਹੈ ਅਹੁਦਾ, ਦਰਜਾ, ਕਿ ਉਹਨੂੰ ਫਿਰ ਇਹ ਦਰਜਾ ਪ੍ਰਾਪਤ ਹੁੰਦਾ, ਉਹਨੂੰ ਮਾਲਕ ਦਿੰਦਾ ਹੈ। ਕਿਹਨੂੰ ਦਿੰਦਾ ਹੈ? ਜਿਸਨੂੰ ਕਿਰਪਾ ਕਰੇ ਰਜਾਏ, ਜਿਹੜਾ ਮਾਲਕ ਦੀ ਰਜਾ ਵਿੱਚ ਚੱਲਦਾ ਹੈ ਅਤੇ ਜਿਹਦੇ ਉੱਤੇ ਮਾਲਕ ਵਾਹਿਗੁਰੂ ਆਪ ਰਹਿਮਤ ਕਰਦਾ ਹੈ। ਜਿਹੜਾ ਮਾਲਕ ਨੂੰ ਭਾਉਂਦਾ, ਚੰਗਾ ਲੱਗਦਾ ਕਿ ਇਹਦੇ ਪਾਸੋਂ ਮੈਂ ਨਾਮ ਜਪਾਣਾ, ਇਹਦਾ ਜਿਹੜਾ ਸਫ਼ਰ ਹੈ ਇਹ ਖ਼ਤਮ ਕਰਕੇ ਸਦੀਵੀ ਕਾਲ ਲਈ ਮੈਨੂੰ ਆਪਣੇ ਚਰਨਾਂ ਦਾ ਭੋਰਾ ਬਣਾ ਲੈਣਾ ਹੈ, ਅਤੇ ਉਹਦੇ ਉੱਤੇ ਫਿਰ ਰਹਿਮਤ ਕਰਕੇ ਗੁਰੂ ਸਵਾਰਿਓ ਉਹਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਉਹਨੂੰ ਫਿਰ ਇਹ ਮਰਤਬਾ ਮਿਲਦਾ, ਇਹ ਦਰਜਾ ਪ੍ਰਾਪਤ ਹੁੰਦਾ ਹੈ। ਪੌੜੀ ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ। ਪੌੜੀ ਦੇ ਵਿੱਚ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਕਹਿੰਦੇ ਪਰਮਾਤਮਾ ਜਿਹੜਾ ਹੈ ਉਹ ਆਪ ਹੀ ਦਾਨਾ, ਸਾਡੇ ਦਿਲਾਂ ਦੀ ਜਾਣਨ ਵਾਲਾ ਹੈ, ਦਾਨਸ਼ਬੰਦ ਹੈ। ਆਪ ਹੀ ਉਹ ਦਾਨਾ ਹੈ, ਆਪ ਹੀ ਬੀਨਾ ਹੈ, ਅਤੇ ਆਪ ਹੀ ਪ੍ਰਧਾਨਾ। ਪ੍ਰਧਾਨਾਂ ਦਾ ਅਰਥ ਹੈ ਮੁਖੀ, ਆਗੂ, ਅਤੇ ਸਾਡਾ ਆਗੂ ਵੀ ਉਹੀ ਹੈ। ਸਾਰੇ ਸੰਸਾਰ ਦਾ ਆਗੂ ਪਰਮਾਤਮਾ ਆਪ ਹੀ ਹੈ। ਜਿਵੇਂ ਆਗੂ ਨੂੰ ਆਖਿਆ ਜਾਂਦਾ ਨਾਇਕ ਖਸਮ ਹਮਾਰੇ, ਗੁਰਬਾਣੀ ਵਿੱਚ ਪਾਤਸ਼ਾਹ ਨੇ ਬਚਨ ਕੀਤੇ ਨੇ। ਨਾਇਕ ਦਾ ਅਰਥ ਵੀ ਆਗੂ ਬਣਦਾ ਹੈ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਉਹ ਸਾਡੀ ਅਗਵਾਈ ਕਰ ਰਿਹਾ ਹੈ, ਹਰ ਸਮੇਂ ਹਰ ਪਲ ਸਾਡੇ ਨਾਲ ਹੈ। ਅਤੇ ਇਸ ਤਰ੍ਹਾਂ ਉਹ ਮਾਲਕ ਵਾਹਿਗੁਰੂ ਦਿਲਾਂ ਦੀ ਜਾਣਨ ਵਾਲਾ ਹੈ। ਘਟ ਘਟ ਦੇ ਵਿੱਚ ਉਹਦਾ ਵਾਸਾ ਹੈ। ਹਰ ਇੱਕ ਦੀ ਸਾਡੇ ਦੁੱਖ ਦਰਦ ਤਕਲੀਫ ਜੋ ਸਾਨੂੰ ਆਪਾਂ ਜ਼ਿੰਦਗੀ 'ਚ ਭੋਗ ਰਹੇ ਹਾਂ, ਉਹਦੇ ਬਾਅਦ ਪਰਮਾਤਮਾ ਜਾਣਦਾ, ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਸਾਨੂੰ ਮਿਲ ਰਹੇ ਨੇ। ਅਤੇ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦਾ ਮੁਖੀ ਹੈ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ। ਜਿੰਨਾ ਵੀ ਸੰਸਾਰ ਦਾ ਆਪਾਂ ਰੂਪ ਰੰਗ ਦੇਖਦੇ ਹਾਂ, ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਵਾਹਿਗੁਰੂ ਨੇ ਪੈਦਾ ਕੀਤੇ ਨੇ, ਜਿਹਦਾ ਇਹ ਬਾਬਤ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਕਹਿੰਦੇ ਇਹ ਜਿੰਨੇ ਵੀ ਅਨੇਕਾਂ ਰੰਗਾਂ ਦੇ, ਅਨੇਕਾਂ ਹੀ ਜਿਹੜੇ ਜੀਵ ਕਿਸੇ ਦਾ ਰੰਗ ਕਾਲਾ, ਕਿਸ ਤਰ੍ਹਾਂ ਗੋਰਾ ਹੈ, ਅਨੇਕਾਂ ਪ੍ਰਕਾਰ ਦੇ ਰੰਗਾਂ ਰੂਪਾਂ ਵਾਲੇ ਜੋ ਸੰਸਾਰ ਬਣਿਆ ਹੈ, ਜੀਵ ਬਣਾਏ ਨੇ, ਕਹਿੰਦੇ ਇਹ ਪਰਮਾਤਮਾ ਦਾ ਰੂਪ ਹੀ ਹੈ। ਵਾਹਿਗੁਰੂ ਦੇ ਪੈਦਾ ਕੀਤੇ ਨੇ। ਇਹੋ ਵਿਸ਼ਵ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਅਤੇ ਇਸ ਤਰ੍ਹਾਂ ਉਹ ਰੂਪ ਆਪ ਹੀ ਦਿਖਾਲਦਾ ਹੈ। ਅਤੇ ਆਪੇ ਲਾਏ ਧਿਆਨਾ, ਅਤੇ ਧਿਆਨ ਵੀ ਆਪ ਲਾਉਣ ਵਾਲਾ ਹੈ। ਜਿਹਦੇ ਜਿਹੜੇ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ ਨਾ, ਉਹਨਾਂ ਉੱਤੇ ਬਖਸ਼ਿਸ਼ ਕਰਦਾ, ਉਹਨਾਂ ਨੂੰ ਫਿਰ ਬੰਦਗੀ ਵਿੱਚ ਲੀਨ ਕਰ ਦਿੰਦਾ ਹੈ।
ਉਹ ਚੌਂਕੜਾ ਮਾਰ ਕੇ ਬੈਠਦੇ, ਸਮਾਧੀ 'ਚ ਲੀਨ ਹੁੰਦੇ ਅਤੇ ਗੁਰੂ ਸਰਵਣ ਦਾ ਧਿਆਨ ਜਿਹੜਾ ਹੈ ਉਸ ਮਾਲਕ ਦੇ ਚਰਨਾਂ ਵਿੱਚ ਖੁੱਭ ਜਾਂਦਾ ਹੈ। ਜਦੋਂ ਉਹਨਾਂ ਦੀ ਅਵਸਥਾ ਇਹੋ ਜਿਹੀ ਬਣਦੀ ਹੈ, ਫਿਰ ਉਹਨਾਂ ਨੂੰ ਸਾਰੇ ਸੰਸਾਰ ਦੇ ਵਿੱਚ ਇੱਕ ਮਾਲਕ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਆਪੇ ਮੋਨੀ ਵਰਤਦਾ, ਆਪੇ ਕਥੈ ਗਿਆਨਾ। ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਸਵਾਲ ਕੀਤਾ ਕਿ ਪਾਤਸ਼ਾਹ ਕਈ ਜੀਵ ਐਸੇ ਨੇ ਜਿਨ੍ਹਾਂ ਨੇ ਮੌਨ ਧਾਰਨ ਕੀਤਾ ਹੋਇਆ ਕਿ ਮੋਨੀਆਂ ਵਿੱਚ ਹੀ ਪਰਮਾਤਮਾ ਵੱਸਦਾ ਹੈ। ਅਤੇ ਸਤਿਗੁਰੂ ਕਹਿੰਦੇ ਹਾਂ ਭਾਈ, ਮੋਨੀਆਂ ਦੇ ਵਿੱਚ ਵੀ ਆਪ ਹੀ ਵਰਤਦਾ। ਆਪੇ ਕਥੈ ਗਿਆਨਾ, ਜਿਹੜੇ ਗਿਆਨਵਾਨ ਪੁਰਸ਼ ਨੇ, ਧਾਰਮਿਕ ਗ੍ਰੰਥ ਪੜ੍ਹ ਕੇ ਜਿਹੜੇ ਇਸ ਤਰ੍ਹਾਂ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਸੁਣਾਉਂਦੇ ਨੇ, ਕਹਿੰਦੇ ਉਹਨਾਂ ਦੇ ਵਿੱਚ ਵੀ ਉਹ ਵਾਹਿਗੁਰੂ ਆਪ ਹੀ ਵਰਤ ਰਿਹਾ, ਆਪ ਹੀ ਕਥ ਰਿਹਾ ਹੈ। ਉਹੀ ਸਭ ਕੁਝ ਜੋ ਜੀਵ ਬੋਲ ਰਿਹਾ ਹੈ, ਬੁਲਾ ਰਿਹਾ ਹੈ, ਅਸਲ ਵਿੱਚ ਪਰਮਾਤਮਾ ਵਾਹਿਗੁਰੂ ਹੀ ਸਭ ਕੁਝ ਬੁਲਾ ਰਿਹਾ ਹੈ। ਉਹ ਤੋਂ ਬਿਨਾਂ ਕੋਈ ਨਹੀਂ ਬੋਲਦਾ ਹੈ। ਕੌੜਾ ਕਿਸੈ ਨ ਲੱਗੇ ਸਭਨਾ ਹੀ ਭਾਨਾ। ਅਗਲੀ ਪੰਕਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਦੋਂ ਗੁਰਮੁਖ ਪਿਆਰਿਆਂ ਨੂੰ ਸਾਰੀਆਂ ਥਾਵਾਂ 'ਤੇ ਇੱਕ ਮਾਲਕ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ ਨਾ, ਸਾਰੀਆਂ ਥਾਵਾਂ 'ਤੇ, ਫਿਰ ਪਰਮਾਤਮਾ ਦਾ ਕੀਤਾ ਹੋਇਆ ਕਿਸੇ ਨੂੰ ਕੌੜਾ ਨਹੀਂ ਲੱਗਦਾ। ਜੋ ਕੁਝ ਸੰਸਾਰ ਵਿੱਚ ਦੁੱਖ ਸੁੱਖ ਆਉਂਦੇ ਨੇ, ਦੁੱਖ ਤਕਲੀਫ ਆ ਗਈ ਹੈ, ਕਹਿੰਦੇ ਉਦੋਂ ਕਿਸੇ ਨੂੰ ਉਲਾਂਭਾ ਨਹੀਂ ਦਿੰਦੇ ਗੁਰਮੁਖ ਪਿਆਰੇ। ਉਹਦੀ ਰਜਾ ਵਿੱਚ ਰਹਿੰਦੇ ਨੇ ਕਿ ਪਰਮਾਤਮਾ ਇਹ ਤੇਰੀ ਰਜਾ ਹੈ, ਤੇਰਾ ਹੁਕਮ ਹੈ, ਤੇਰਾ ਸਭਨਾ ਹੀ ਭਾਣਾ, ਅਤੇ ਸਾਰਿਆਂ ਨੂੰ ਤੇਰੇ ਭਾਣਾ, ਤੇਰੇ ਹੁਕਮ ਮੰਨਣ ਦੀ, ਹੁਕਮ ਜਿਹੜਾ ਤੇਰੇ ਸਾਰਿਆਂ ਨੇ ਤੇਰੇ ਨਾਲ ਮੰਨਣਾ ਹੈ। ਕੋਈ ਤੇਰੇ ਹੁਕਮ ਤੋਂ ਬਾਹਰ ਨਹੀਂ ਹੈ, ਕਿਉਂਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਇਸ ਪ੍ਰਕਾਰ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਵਿੱਚ ਮਾਲਕ ਪ੍ਰਭੂ ਜੀ ਤੇਰਾ ਹੁਕਮ ਵਰਤ ਰਿਹਾ ਹੈ, ਤੇਰਾ ਭਾਣਾ ਉਹਨਾਂ ਗੁਰਮੁਖਾਂ ਨੂੰ ਫਿਰ ਕੌੜਾ ਨਹੀਂ ਲੱਗਦਾ। ਉਹ ਤੇਰੇ ਭਾਣੇ ਨੂੰ ਸਤ ਕਰਕੇ ਮੰਨਦੇ ਨੇ, ਕਿਉਂਕਿ ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਵਾਹਿਗੁਰੂ ਨੂੰ ਆਪਣਾ ਭਾਣਾ ਮਨਾਉਣਾ ਆਉਂਦਾ ਹੈ। ਉਸਤਤ ਵਰਨ ਨ ਸਕੀਐ ਸਦ ਸਦ ਕੁਰਬਾਨਾ। ਗੁਰੂ ਸਾਹਿਬਾਨ ਜੀ ਅਖੀਰਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਗੱਲ ਇਹ ਹੈ ਕਿ ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ ਵਰਣਨ ਨਹੀਂ ਕੀਤੀ ਜਾ ਸਕਦੀ ਹੈ। ਐਸੇ ਪਰਮਾਤਮਾ ਤੋਂ ਤਾਂ ਕਹਿੰਦੇ ਸਦ ਸਦ ਕੁਰਬਾਨਾ, ਸਦੀਵੀ ਕਾਲ ਲਈ ਕੁਰਬਾਨ ਜਾਣਾ ਚਾਹੀਦਾ ਹੈ, ਸਦਕੇ ਜਾਣਾ ਚਾਹੀਦਾ ਹੈ, ਅਤੇ ਉਹਦੀ ਉਸਤਤ ਕਰਨੀ ਜ਼ਰੂਰ ਹੈ। ਪਰ ਜੇਕਰ ਉਸਤਤ ਕਰਕੇ ਇਹ ਸੋਚੇ ਕਿ ਪਰਮਾਤਮਾ ਦਾ ਹੱਦ ਬੰਨਾ ਪ੍ਰਾਪਤ ਕਰ ਲਿਆ, ਅੰਤ ਪਾ ਲਿਆ, ਕਹਿੰਦੇ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਉਹ ਪਰਮਾਤਮਾ ਐਡਾ ਵੱਡਾ ਹੈ। ਐਸੇ ਪਰਮਾਤਮਾ ਸਦੀਵੀ ਕਾਲ ਲਈ ਕੁਰਬਾਨ ਜਾਣਾ ਚਾਹੀਦਾ ਹੈ। ਇਹ ਗੁਰੂ ਸਵਾਰੇ ਪਾਤਸ਼ਾਹ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ